हेलो बेटे, आवाज आ रही है? पहले दसो बेटे, अज आप सैकेंड यूनिट है जो आप स्टार्ट करना है। यूनिट सैकेंड। सैकेंड यूनिट अपने को की है बेटे, काइनामेटिक। ठीक है जी। मोशन जनरली आप जो स्टडी करते हैं, इट इज स्टडीड। मोशन आप कह सकते हैं काइनामेटिक्स। सैकेंड अपने को बेटे डायनामिक्स। ठीक है जी। ਕਾਈਨਾਮੈਟਿਕਸ ਦੇ ਵਿੱਚ ਅਸੀਂ ਕੀ ਕਰਦੇ ਹਾਂ, ਵੀ ਸਟੱਡੀ ਦੀ ਮੋਸ਼ਨ ਆਫ ਦੀ ਆਬਜੈਕਟ ਵਿਦਆਊਟ ਕੰਸੀਡਰਿੰਗ ਦੀ ਫੋਰਸ। ठीक है जी, विच इज प्रोड्यूसिंग दी मोशन। पॉइंट क्लियर होया कि नहीं होया? ਕਾਈਨਾਮੈਟਿਕਸ ਦੇ ਵਿੱਚ ਅਸੀਂ ਬੇਟੇ ਕਿਵੇਂ ਸਟੱਡੀ ਕਰਦੇ ਹਾਂ, ਅਸੀਂ ਸਿਰਫ ਮੋਸ਼ਨ ਨੂੰ ਸਟੱਡੀ ਕਰਦੇ ਹਾਂ। ਲਾਊਡ ਸਪੀਕਰ ਆਫ ਕਰੋ ਬੇਟੇ। ਮੋਸ਼ਨ ਕੌਣ ਪ੍ਰੋਡਿਊਸ ਕਰ ਰਿਹਾ ਹੈ, ਉਹਨੂੰ ਅਸੀਂ ਸਟੱਡੀ ਨਹੀਂ ਕਰਦੇ। ਠੀਕ ਹੈ ਜੀ। ਕਹਿਣ ਦਾ ਮਤਲਬ ਵੀ ਡੂ ਨੋਟ ਸਟੱਡੀ the agent which is producing the motion, which is producing the motion। ठीक है जी। we study only motion। ਕਹਿਣ ਦਾ ਮਤਲਬ ਇਹ ਹੈ ਵੀ ਅਸੀਂ ਸਿਰਫ ਮੋਸ਼ਨ ਨੂੰ ਸਟੱਡੀ ਕਰਦੇ ਹਾਂ। ਮੋਸ਼ਨ ਪ੍ਰੋਡਿਊਸ ਕੌਣ ਕਰ ਰਿਹਾ, ਇਸ ਚੀਜ਼ ਨੂੰ ਅਸੀਂ ਸਟੱਡੀ ਨਹੀਂ ਕਰਦੇ। ਸਾਡੀ ਕੰਸੰਟ੍ਰੇਸ਼ਨ ਕਿਸ ਚੀਜ਼ ਤੇ ਹੁੰਦੀ ਹੈ? ਓਨਲੀ ਔਨ ਦੀ ਮੋਸ਼ਨ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਸੋ ਫਸਟ ਆਪਾਂ ਡਿਸਕਸ ਕਰਦੇ ਹਾਂ व्हाट इज मोशन। व्हाट इज मोशन। मोशन ਦਾ ਮਤਲਬ ਕੀ ਹੁੰਦਾ ਬੇਟੇ? 9th ਕਲਾਸ 10th ਕਲਾਸ ਦੇ ਵਿੱਚ ਤੁਸੀਂ ਪੜ੍ਹਿਆ ਸੀ ਗਤੀ। ਗਤੀ ਕੀ ਹੁੰਦਾ ਹੈ? ਸਪੀਡ ਵੈਲੋਸਿਟੀ ਉਹ ਹੋਰ ਚੀਜ਼ ਕਹਿ ਸਕਦੇ ਆ ਕੁਝ ਹੱਦ ਤੱਕ। ਮੋਸ਼ਨ ਦਾ ਮਤਲਬ ਜਦੋਂ ਬਾਡੀ ਕੀ ਕਰਦੀ ਹੈ, ਇੱਕ ਥਾਂ ਤੋਂ ਦੂਸਰੀ ਥਾਂ ਤੱਕ ਮੂਵ ਕਰਕੇ ਜਾਂਦੀ ਹੈ, ਆਪਦੇ ਸਰਾਊਂਡਿੰਗਸ ਦੇ ਮੁਕਾਬਲੇ ਆਪਦੀ ਪੋਜੀਸ਼ਨ ਨੂੰ ਕੀ ਕਰਦੀ ਹੈ, ਚੇਂਜ ਕਰਦੀ ਹੈ। ਤਾਂ ਆਪਾਂ ਕਹਿ ਦਿੰਦੇ ਹਾਂ ਆਬਜੈਕਟ ਇਜ਼ ਇਨ ਮੋਸ਼ਨ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਵਾਟ ਇਜ਼ ਮੋਸ਼ਨ? ਆਪਾਂ ਕਹਿ ਸਕਦੇ ਹਾਂ ਇਫ ਅ ਬਾਡੀ changes its position, changes its position with respect to its surrounding, with respect to its surroundings, then body is said to be in motion। ਕਲੀਅਰ ਹੋਇਆ ਕਿ ਨਹੀਂ ਹੈ? ਜੇਕਰ ਕੋਈ ਵਸਤੂ ਹੈ ਜਿਹੜੀ ਆਪਣੇ ਆਲੇ ਦੁਆਲੇ ਦੇ, ਸਰਾਊਂਡਿੰਗ ਦਾ ਮਤਲਬ ਆਲਾ ਦੁਆਲਾ। ਠੀਕ ਹੈ ਜੀ। ਇਫ ਅ ਬਾਡੀ ਚੇਂਜਸ ਇਟਸ ਪੋਜੀਸ਼ਨ, ਆਪਣੇ ਆਲੇ ਦੁਆਲੇ ਦੇ ਮੁਕਾਬਲੇ ਆਪਦੀ ਪੋਜੀਸ਼ਨ ਨੂੰ ਕੀ ਕਰ ਰਹੀ ਹੈ, ਚੇਂਜ ਕਰ ਰਹੀ ਹੈ, ਦੈਨ ਵੀ ਵਿਲ ਸੇ ਆਬਜੈਕਟ ਹੈ ਜਿਹੜਾ ਉਹ ਆਪਣੇ ਕੋਲ ਕੀ ਹੈ, ਮੋਸ਼ਨ ਦੇ ਵਿੱਚ ਹੈ। ਠੀਕ ਹੈ। ਇਹ ਕਾਈਨਾਮੈਟਿਕਸ ਦੇ ਵਿੱਚ ਆਪਾਂ ਸਟੱਡੀ ਕਰਾਂਗੇ। ਇੱਕ ਆ ਆਪਣਾ ਰਹਿ ਗਿਆ ਡਾਇਨਾਮਿਕਸ। ਕਾਈਨਾਮੈਟਿਕਸ ਕੀ ਸੀਗਾ? ਸਟੱਡੀ ਆਫ ਮੋਸ਼ਨ ਵਿਦਾਊਟ cause। ठीक है जी, प्रोड्यूसिंग इट, विदाउट कॉज प्रोड्यूसिंग इट। कहने का मतलब
ਕਾਇਨਾਮੈਟਿਕਸ ਦੇ ਵਿੱਚ ਅਸੀਂ ਫੋਰਸ ਬਾਰੇ ਨਹੀਂ ਪੜ੍ਹਦੇ, ਤੇ ਡਾਇਨਾਮਿਕਸ ਦੇ ਵਿੱਚ ਕੀ ਅਸੀਂ ਕੀ ਸਟੱਡੀ ਕਰਦੇ ਹਾਂ, ਉਹ ਸਟੱਡੀ ਦੀ ਮੋਸ਼ਨ with respect to ਜਾਂ with taking into account the force which is producing it। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਕਾਇਨਾਮੈਟਿਕਸ ਦੇ ਵਿੱਚ ਅਸੀਂ ਕਿਹੜੀ ਚੀਜ਼ ਤੇ ਕਨਸੈਂਟਰੇਟ ਕਰਦੇ ਹਾਂ, ਇਕੱਲੇ ਮੋਸ਼ਨ ਤੇ ਡਾਇਨਾਮਿਕਸ ਦੇ ਵਿੱਚ ਕਿਸ ਚੀਜ਼ ਤੇ ਕਨਸੈਂਟਰੇਟ ਕਰਦੇ ਹਾਂ ਬੇਟੇ? ਬੇਟੇ ਲਾਊਡ ਸਪੀਕਰ ਆਫ ਕਰੋ, ਕੌਣ ਲਾਊਡ ਸਪੀਕਰ ਆਨ ਕਰਦਾ? ਈਅਰਫੋਨ ਯੂਜ਼ ਕਰਿਆ ਕਰੋ ਨਾ ਬੇਟੇ। ਜੇ ਤੁਸੀਂ ਲਾਊਡ ਸਪੀਕਰ ਆਨ ਕਰ ਲੈਂਦੇ ਹੋ, ਸਾਰੀ ਕਲਾਸ ਦੇ ਵਿੱਚ ਡਿਸਟਰਬੈਂਸ ਸ਼ੁਰੂ ਹੋ ਜਾਂਦੀ ਹੈ। ਡਾਇਨਾਮਿਕਸ ਦਾ ਮਤਲਬ we will take into account the force which is producing the motion, we will also study the force। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ ਕਾਇਨਾਮੈਟਿਕਸ ਤੇ ਡਾਇਨਾਮਿਕਸ ਦੇ ਵਿੱਚ ਫਰਕ? ਹਾਂਜੀ। ਸੋ ਮੋਸ਼ਨ ਆਪਣੇ ਕੋਲ ਕੀ ਹੈ, ਇਫ ਆਬਜੈਕਟ ਇਜ਼ ਚੇਂਜਿੰਗ ਇਟਸ ਪੋਜੀਸ਼ਨ ਵਿਦ ਰਿਸਪੈਕਟ ਟੂ ਇਟਸ ਸਰਾਊਂਡਿੰਗ ਦੈਨ ਆਬਜੈਕਟ ਇਜ਼ ਸੈਡ ਟੂ ਬੀ ਇਨ ਮੋਸ਼ਨ। ਠੀਕ ਹੈ ਜੀ। ਮੋਸ਼ਨ ਨੂੰ ਆਪਾਂ ਪੰਜਾਬੀ ਚ ਕਹਿੰਦੇ ਸੀ ਗਤੀ। ਹੁਣ ਇਹ ਕਿੰਨੀ ਤਰ੍ਹਾਂ ਦਾ ਹੈ, ਜੇ ਆਪਾਂ ਮੋਟਾ ਡਿਸਕਸ ਕਰੀਏ ਟਾਈਪਸ। ਪਹਿਲਾ ਹੋ ਗਿਆ ਸਟੇਟ ਲਾਈਨ ਮੋਸ਼ਨ, ਜਿਹੜਾ ਪਹਿਲਾ ਚੈਪਟਰ ਆਪਾਂ ਸ਼ੁਰੂ ਕਰਨਾ। ਸਟੇਟ ਲਾਈਨ ਮੋਸ਼ਨ। ਸਟੇਟ ਲਾਈਨ ਮੋਸ਼ਨ ਦਾ ਦੂਸਰਾ ਨਾਮ ਕੀ ਹੈ ਬੇਟੇ? ਹਾਂਜੀ ਬੇਟੇ, ਰੈਕਟੀਲੀਨੀਅਰ ਮੋਸ਼ਨ। ਕੀ ਨਾਮ ਹੈ? ਰੈਕਟੀਲੀਨੀਅਰ motion। ਠੀਕ ਹੈ ਜੀ। if a object is moving in a straight line then such type of motion is called motion in a straight line। ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਬੇਟੇ? ਰੈਕਟੀਲੀਨੀਅਰ ਮੋਸ਼ਨ ਕੀ ਹੈ? ਜਦੋਂ ਆਬਜੈਕਟ ਕਿਵੇਂ ਮੂਵ ਕਰਦਾ ਹੈਗਾ? ਸਟ੍ਰੇਟ ਲਾਈਨ ਦੇ ਵਿੱਚ। when object moves in a straight line। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਠੀਕ ਹੈ ਜੀ। ਸੈਕੰਡ ਆਪਾਂ ਕਹਿ ਸਕਦੇ ਹਾਂ ਰੈਕਟੀਲੀਨੀਅਰ ਮੋਸ਼ਨ ਹੈ, ਮਤਲਬ ਸਟ੍ਰੇਟ ਲਾਈਨ ਦੇ ਵਿੱਚ ਮੂਵ ਕਰ ਰਿਹਾ, ਜਾਂ ਮੋਸ਼ਨ ਇਨ ਏ ਪਲੇਨ, ਜਦੋਂ 2 ਡਾਇਮੈਂਸ਼ਨ ਦੇ ਵਿੱਚ ਮੂਵ ਕਰਦਾ। ਮੋਸ਼ਨ ਇਨ ਏ ਪਲੇਨ। ਪਲੇਨ ਦਾ ਮਤਲਬ ਕੀ ਹੈ ਬੇਟੇ? ਇਹ ਨਹੀਂ ਵੀ ਹਵਾਈ ਜਹਾਜ਼ ਦੇ ਵਿੱਚ ਬੈਠਾ ਹੋਇਆ, ਇਹ ਉਹ ਵਾਲਾ ਪਲੇਨ ਨਹੀਂ ਹੈਗਾ। ਪਲੇਨ ਮੀਨੇ 2 ਡਾਇਮੈਂਸ਼ਨ। 2 ਡਾਇਮੈਂਸ਼ਨ ਦਾ ਮਤਲਬ ਦੋ ਤਰ੍ਹਾਂ ਦੇ ਕੋਆਰਡੀਨੇਟਸ ਚਾਹੀਦੇ ਇਹਨੂੰ ਮੋਸ਼ਨ ਨੂੰ ਰਿਪਰੈਜ਼ੈਂਟ ਕਰਨ ਦੇ ਲਈ। ਜਿਵੇਂ ਤੁਸੀਂ ਛੋਟੀਆਂ ਕਲਾਸਾਂ ਦੇ ਵਿੱਚ ਗ੍ਰਾਫ ਬਣਾਉਂਦੇ ਹੁੰਦੇ ਸੀ, ਤੇ ਇੱਕ ਨੂੰ ਲਿਖ ਦਿੰਦੇ ਹੁੰਦੇ ਸੀ ਐਕਸ ਐਕਸਿਸ, ਇੱਕ ਨੂੰ ਕੀ ਲਿਖ ਦਿੰਦੇ ਹੁੰਦੇ ਸੀ ਵਾਈ ਐਕਸਿਸ। ਜਿਹੜਾ ਇਹ ਹੈ ਆਪਣੇ ਕੋਲ ਕੀ ਹੈ, ਇਹ ਐਕਸ ਵਾਈ ਪਲੇਨ। ਸਮਝ ਲੱਗੀ ਕਿ ਨਹੀਂ ਲੱਗੀ? ਕੋਈ ਵੀ ਚੀਜ਼ ਹੈ ਜਿਹੜੀ, ਕੋਈ ਵੀ ਆਬਜੈਕਟ ਹੈ, ਜਦੋਂ ਉਹ ਇਹਦੇ ਵਿੱਚ ਮੂਵ ਕਰੇਗਾ, ਇਟ ਵਿਲ ਬੀ ਮੂਵਿੰਗ ਇਨ ਐਕਸ ਵਾਈ ਪਲੇਨ। ਤੇ ਉਹਦੀ ਪੋਜੀਸ਼ਨ ਨੂੰ ਰਿਪਰੈਜ਼ੈਂਟ ਕਰਨ ਲਈ ਸਾਨੂੰ 2 ਕੋਆਰਡੀਨੇਟ ਚਾਹੀਦੇ, ਐਕਸ ਤੇ ਵਾਈ। ਜੇ ਮੰਨ ਲਓ ਪੁਆਇੰਟ ਆਬਜੈਕਟ ਇੱਥੇ ਹੈ, ਤਾਂ ਇੱਥੋਂ ਅਸੀਂ ਦੇਖਾਂਗੇ, ਇੱਥੋਂ ਪਰਪੈਂਡੀਕੂਲਰ ਡਰਾ ਕਰਾਂਗੇ, ਇੱਧਰ ਪਰਪੈਂਡੀਕੂਲਰ ਆਪਾਂ ਡਰਾ ਕਰਾਂਗੇ। ਇੱਥੋਂ ਅਸੀਂ ਪੋਜੀਸ਼ਨ ਲਵਾਂਗੇ ਵਾਈ ਦੀ, ਇੱਧਰੋਂ ਅਸੀਂ ਪੋਜੀਸ਼ਨ ਲਵਾਂਗੇ ਐਕਸ ਦੀ। ਕਲੀਅਰ ਹੋਇਆ ਕਿ ਨਹੀਂ ਹੋਇਆ? ਕਹਿਣ ਦਾ ਮਤਲਬ ਜਦੋਂ ਆਪਣੇ ਕੋਲ ਆਬਜੈਕਟ ਕਿਵੇਂ ਮੂਵ ਕਰ ਰਿਹਾ, 2 ਡਾਇਮੈਂਸ਼ਨ ਦੇ ਵਿੱਚ ਮੂਵ ਕਰ ਰਿਹਾ, ਤਾਂ ਆਪਾਂ ਨੂੰ ਕਹਿੰਦੇ ਮੋਸ਼ਨ ਇਨ ਏ ਪਲੇਨ। ਠੀਕ ਹੈ ਜੀ। ਨੈਕਸਟ ਆਪਣੇ ਕੋਲ ਕੀ ਹੈ, ਮੋਸ਼ਨ ਇਨ ਅ ਵੋਲਿਊਮ। ਵੋਲਿਊਮ ਦਾ ਮਤਲਬ 3 ਡਾਇਮੈਂਸ਼ਨਲ। ਵੋਲਿਊਮ ਦਾ ਮਤਲਬ 3 ਡਾਇਮੈਂਸ਼ਨਲ। ਡਾਇਮੈਂਸ਼ਨ ਦਾ ਮਤਲਬ ਹੁੰਦਾ ਕੋਆਰਡੀਨੇਟਸ ਜਿਹੜੇ ਚਾਹੀਦੇ ਉਹਨੂੰ ਰਿਪਰੈਜ਼ੈਂਟ ਕਰਨ ਦੇ ਲਈ। ਇੱਥੇ ਆਪਾਂ ਕਿਵੇਂ ਰਿਪਰੈਜ਼ੈਂਟ ਕਰਦੇ ਹਾਂ? ਇਸ ਤਰ੍ਹਾਂ ਨਾਲ ਆਪਾਂ ਡਰਾ ਕਰਦੇ ਹੁੰਦੇ ਸੀ, ਐਕਸ ਐਕਸਿਸ ਵਾਈ ਐਕਸਿਸ, ਤੇ ਇਧਰੋਂ ਆਪਾਂ ਇੱਕ ਹੋਰ ਡਰਾ ਕਰ ਦਿੰਦੇ ਸੀ। ਇਹਨੂੰ ਆਪਾਂ ਕਹਿੰਦੇ ਹੁੰਦੇ ਸੀ ਓਰੀਜਨ, ਜਿੱਥੋਂ ਅਸੀਂ ਕੈਲਕੂਲੇਸ਼ਨ ਸ਼ੁਰੂ ਕਰਦੇ ਸੀ। ਇਹਨੂੰ ਐਕਸ ਐਕਸਿਸ ਕਹਿ ਲਓ, ਇਹਨੂੰ ਵਾਈ ਐਕਸਿਸ ਕਹਿ ਲਓ, ਇਹਨੂੰ ਜ਼ੈਡ ਐਕਸਿਸ। ਜਿਵੇਂ ਆਪਣਾ ਕਮਰਾ ਹੈ, ਜਿਵੇਂ ਅਸੀਂ ਮੂਵ ਕਰਦੇ ਹਾਂ, ਅਸੀਂ ਕਿੱਧਰ ਮੂਵ ਕਰਦੇ ਹਾਂ? ਵੋਲਿਊਮ। ਵੋਲਿਊਮ ਦੇ ਵਿੱਚ ਆਪਣੇ ਕੋਲ ਕਿੰਨੇ ਕੋਆਰਡੀਨੇਟਸ ਹੈ? 3। ਕਿਹੜੇ ਕਿਹੜੇ? ਐਕਸ ਵਾਈ ਤੇ ਜ਼ੈਡ।
ਕਲੀਅਰ ਹੋਇਆ ਕਿ ਨਹੀਂ ਹੈ ਬੇਟੇ? ਇਹਦੇ ਚ ਤਿੰਨ ਪਲੇਨ ਦਾ ਕੰਬੀਨੇਸ਼ਨ ਬਣਦਾ। ਕਿਹੜੇ ਕਿਹੜੇ ਪਲੇਨ ਦਾ ਕੰਬੀਨੇਸ਼ਨ ਬਣਦਾ? ਜਦੋਂ ਆਬਜੈਕਟ ਇੱਧਰ ਹੈ ਤਾਂ ਕਿਹੜਾ ਪਲੇਨ ਹੋ ਗਿਆ? ਐਕਸ ਵਾਈ। ਜਦੋਂ ਪਲੇਨ ਆਬਜੈਕਟ ਇੱਧਰ ਹੈ ਬੇਟੇ, ਕਿਹੜਾ ਪਲੇਨ ਹੋ ਗਿਆ? ਐਕਸ ਜ਼ੈਡ। ਜਦੋਂ ਇੱਧਰ ਹੈ ਤਾਂ ਆਪਣੇ ਕੋਲ ਕਿਹੜਾ ਪਲੇਨ ਹੋ ਗਿਆ? ਵਾਈ ਜ਼ੈਡ। ਦੱਸੋ ਬੇਟੇ, ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਹਾਂਜੀ ਬੇਟੇ, ਕਲੀਅਰ ਹੈ ਬੇਟੇ? ਜੇ ਅਸੀਂ ਇਹਦੇ ਪੈਰਲਲ ਇਸ ਤਰ੍ਹਾਂ ਨਾਲ ਲਾਈਨਸ ਡਰਾ ਕਰ ਲਈਏ ਤਾਂ ਆਪਣੇ ਕੋਲ ਕੀ ਬਣੇਗਾ? ਜਿਵੇਂ ਆਪਣਾ ਰੂਮ ਨਹੀਂ ਹੁੰਦਾ ਬੇਟੇ, ਰੂਮ ਕਮਰਾ ਹੁੰਦਾ ਜਿਵੇਂ ਆਪਣੇ ਕੋਲੇ, ਕਮਰੇ 'ਚ ਆਪਣੇ ਕੋਲ ਆਹੀ ਚੀਜ਼ ਹੁੰਦੀ ਹੈ ਅਤੇ ਕਹਿੰਦੇ ਤੋਂ ਆਪਾਂ ਬਣਾਈਏ। ਇਹ ਆਪਣੇ ਕੋਲ ਫਰਸ਼ ਹੋ ਗਿਆ, ਫਲੋਰ ਹੋ ਗਿਆ। ਉੱਪਰ ਆਪਣੇ ਕੋਲ ਕੀ ਹੋ ਜਾਏਗੀ? ਇੱਧਰ ਰੂਫ। ਆ ਆਪਣੇ ਕੋਲ ਕੀ ਹੋ ਗਈਆਂ? ਵਾਲਸ। ਅਸੀਂ ਕੋਈ ਵੀ ਇੱਕ ਪੁਆਇੰਟ ਜਿਹੜਾ ਅਸੀਂ ਲਈਏ, ਮੰਨ ਲਓ ਅਸੀਂ ਆਹ ਪੁਆਇੰਟ ਲਈਏ ਤਾਂ ਇੱਥੇ ਤਿੰਨ ਕੋਆਰਡੀਨੇਟ ਹੈ ਜਿਹੜੇ ਉਹ ਆ ਕੇ ਮੈਚ ਕਰਦੇ, ਤਿੰਨ ਪਲੇਨ ਆ ਕੇ ਮਿਲਦੇ। ਦੇਖੋ ਇੱਕ ਆਹ ਵਾਲਾ ਪਲੇਨ ਹੈ ਵਾਈ ਜ਼ੈਡ, ਐਕਸ ਵਾਈ ਤੇ ਐਕਸ ਜ਼ੈਡ। ਠੀਕ ਹੈ ਜੀ। ਇਸ ਤਰ੍ਹਾਂ ਦੇ ਮੋਸ਼ਨ ਨੂੰ ਆਪਾਂ ਕੀ ਕਹਾਂਗੇ? ਵੈਨ ਆਬਜੈਕਟ ਇਜ਼ ਮੂਵਿੰਗ ਇਨ ਆ ਵੋਲਿਊਮ ਜਾਂ ਇਨ, ਤਾਂ ਵੀ ਨੀਡ 3 ਕੋਆਰਡੀਨੇਟਸ। ਤਾਂ ਆਪਾਂ ਨੂੰ ਕਿੰਨੇ ਕੋਆਰਡੀਨੇਟ ਚਾਹੀਦੇ ਹੁੰਦੇ? 3, ਐਕਸ ਵਾਈ ਤੇ। ਕਲੀਅਰ ਹੋਇਆ ਕਿ ਨਹੀਂ ਹੋਇਆ? ਸੋ ਨਾਲ ਨਾਲ ਅਸੀਂ ਆ ਵੀ ਕਰ ਲਿਆ, ਵਨ ਡਾਇਮੈਂਸ਼ਨ ਮੋਸ਼ਨ ਕੀ ਹੈ? ਮੋਸ਼ਨ ਇਨ ए ਸਟ੍ਰੇਟ ਲਾਈਨ। ਵਨ ਡਾਇਮੈਂਸ਼ਨ ਮੋਸ਼ਨ ਮੀਨਸ ਮੋਸ਼ਨ ਇਨ ए ਸਟ੍ਰੇਟ ਲਾਈਨ। ਕਹਿੰਦਾ ਮਤਲਬ ਕੱਲਾ ਐਕਸ ਕੋਆਰਡੀਨੇਟ ਜਾਂ ਸਿਰਫ ਇੱਕ ਹੀ ਆਪਾਂ ਨੂੰ ਕੋਆਰਡੀਨੇਟ ਚਾਹੀਦਾ। ਟੂ ਡਾਇਮੈਂਸ਼ਨ ਦਾ ਮਤਲਬ ਕੀ ਹੈ ਬੇਟੇ? ਮੋਸ਼ਨ ਇਨ ए ਪਲੇਨ। ਮੋਸ਼ਨ ਇਨ ए ਪਲੇਨ। ਕਿੰਨੇ ਕੋਆਰਡੀਨੇਟ ਚਾਹੀਦੇ? 2, ਐਕਸ ਤੇ ਵਾਈ। 3 ਡਾਇਮੈਂਸ਼ਨ ਦਾ ਮਤਲਬ ਕੀ ਹੈ ਬੇਟੇ? ਮੋਸ਼ਨ ਇਨ ए ਵੋਲਿਊਮ। ਕਿੰਨੇ ਕੋਆਰਡੀਨੇਟ ਚਾਹੀਦੇ ਆ? 3, ਐਕਸ ਵਾਈ ਤੇ ਜ਼ੈਡ। ਐਕਸ ਵਾਈ ਤੇ ਜ਼ੈਡ। ਠੀਕ ਹੈ ਜੀ। ਸਿਮਿਲਰਲੀ ਆਪਾਂ ਇੱਕ ਚੀਜ਼ ਹੋਰ ਕਰ ਸਕਦੇ ਹਾਂ, ਸਰਕੂਲਰ ਮੋਸ਼ਨ। ਸਰਕੂਲਰ ਮੋਸ਼ਨ, ਜਦੋਂ ਕੋਈ ਆਬਜੈਕਟ ਕਿਸ ਤਰ੍ਹਾਂ ਨਾਲ ਮੂਵ ਕਰਦਾ ਹੈ? ਇੱਕ ਸਰਕਲ ਦੇ ਵਿੱਚ ਮੂਵ ਕਰਦਾ ਹੈ, ਤਾਂ ਉਸ ਤਰ੍ਹਾਂ ਦੇ ਮੋਸ਼ਨ ਨੂੰ ਅਸੀਂ ਕੀ ਕਹਿੰਦੇ ਆ? ਸਰਕੂਲਰ। ਠੀਕ ਹੈ ਜੀ। ਇਫ ਆਬਜੈਕਟ ਇਜ਼ ਮੂਵਿੰਗ, ਮੰਨ ਲਓ ਦਿਸ ਇਜ਼ ਦੀ ਸੈਂਟਰ, ਆਬਜੈਕਟ ਇਜ਼ ਮੂਵਿੰਗ ਇਨ ਐਂਟੀ ਕਲੌਕਵਾਈਜ਼ ਡਾਇਰੈਕਸ਼ਨ। ਦੋ ਤਰ੍ਹਾਂ ਦੀਆਂ ਡਾਇਰੈਕਸ਼ਨ ਹੁੰਦੀਆਂ, ਇੱਕ ਹੁੰਦੀ ਹੈ ਐਂਟੀ ਕਲੌਕਵਾਈਜ਼, ਇੱਕ ਹੁੰਦੀ ਹੈ ਕਲੌਕਵਾਈਜ਼। ਕਲੌਕਵਾਈਜ਼ ਮਤਲਬ ਘੜੀ ਦੀ ਸੂਈ ਦੀ ਦਿਸ਼ਾ ਦੇ ਵਿੱਚ। ਘੜੀ ਕਿਵੇਂ ਮੂਵ ਕਰਦੀ ਹੈ ਬੇਟੇ? ਇਸ ਤਰ੍ਹਾਂ ਨਾਲ 12 ਤੋਂ ਬਾਅਦ ਇੱਧਰ ਜਾਂਦੀ ਹੈ, 1 2 3 4 5 6, ਇਸ ਤਰ੍ਹਾਂ ਨਾਲ ਮੂਵ ਕਰਦੀ ਹੈ ਨਾ ਸੂਈ। ਤਾਂ ਇਸ ਡਾਇਰੈਕਸ਼ਨ ਨੂੰ ਅਸੀਂ ਕੀ ਕਹਿੰਦੇ? ਕਲੌਕਵਾਈਜ਼। ਠੀਕ ਹੈ ਜੀ। ਤੇ ਜੇ ਘੜੀ ਦੀ ਸੂਈ ਦੀ ਉਲਟ ਦਿਸ਼ਾ ਦੇ ਵਿੱਚ ਅਸੀਂ ਮੂਵ ਕਰੀਏ ਤਾਂ ਉਹਨੂੰ ਅਸੀਂ ਕੀ ਕਹਿੰਦੇ? ਐਂਟੀ ਕਲੌਕਵਾਈਜ਼। ਪਤਾ ਲੱਗਿਆ ਕਿ ਨਹੀਂ ਲੱਗਿਆ ਬੇਟੇ? ਹੁਣ ਕੋਈ ਬਾਡੀ ਸਰਕਲ ਦੇ ਵਿੱਚ ਮੂਵ ਕਰ ਰਹੀ ਹੈ ਤਾਂ ਇਹ ਆਪਣੇ ਕੋਲ ਕਿਹੜੀ ਪੋਜੀਸ਼ਨ ਹੋਊਗੀ? ਐਂਟੀ ਕਲੌਕਵਾਈਜ਼ ਰੋਟੇਸ਼ਨ। ਰੋਟੇਸ਼ਨ ਨਹੀਂ ਲਿਖਣਾ ਚਾਹੀਦਾ ਵੈਸੇ ਆਪਾਂ ਨੂੰ, ਮੋਸ਼ਨ, ਕਿਉਂਕਿ ਰੋਟੇਸ਼ਨ ਹੁੰਦਾ ਆਪਦੀ ਐਕਸਿਸ ਦੇ ਦੁਆਲੇ ਮੂਵ ਕਰਨਾ। ਸੋ ਵਾਟ ਇਜ਼ ਸਰਕੂਲਰ ਮੋਸ਼ਨ? ਇਫ ਦੀ ਆਬਜੈਕਟ ਇਜ਼ ਮੂਵਿੰਗ ਇਨ ਸਰਕਲ ਅਬਾਊਟ ਅ ਫਿਕਸਡ ਪੁਆਇੰਟ, ਅਬਾਊਟ ਅ ਕਾਲਡ ਸੈਂਟਰ, ਕਾਲਡ। ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਬੇਟੇ? ਲੀਨੀਅਰ ਮੋਸ਼ਨ ਜਾਂ ਰੈਕਟੀਲੀਨੀਅਰ ਮੋਸ਼ਨ, ਮੋਸ਼ਨ ਇਨ ਸਟ੍ਰੇਟ ਲਾਈਨ ਹੋ ਗਿਆ। ਉਹਦੇ ਵਿੱਚ ਹੀ ਅਸੀਂ ਡਿਸਕਸ ਕੀਤਾ 2 ਡਾਇਮੈਂਸ਼ਨਲ ਮੋਸ਼ਨ, 3 ਡਾਇਮੈਂਸ਼ਨਲ ਮੋਸ਼ਨ ਇਨ ਪਲੇਨ, ਮੋਸ਼ਨ ਇਨ ਵੋਲਿਊਮ। ਠੀਕ ਹੈ ਜੀ। ਫਿਰ ਅਸੀਂ ਕਿਹਾ ਵੀ ਇੱਕ ਨੈਕਸਟ ਟਾਈਪ ਦਾ ਮੋਸ਼ਨ ਕਿਹੜਾ ਹੋ ਸਕਦਾ? ਸਰਕੂਲਰ ਮੋਸ਼ਨ। ਇਹ ਸੀਗੀਆਂ ਮੋਸ਼ਨ ਦੀਆਂ ਟਾਈਪ। ਠੀਕ। ਨੈਕਸਟ ਦੇਖੋ, ਵਟ ਇਜ਼ ਰੈਸਟ। ਰੈਸਟ ਦਾ ਮਤਲਬ ਕੀ ਹੈ ਬੇਟੇ? ਆਰਾਮ ਕਰਨਾ, ਸੌਣਾ। ਕਹਿੰਦਾ ਮਤਲਬ ਜੇਕਰ ਆਬਜੈਕਟ ਹੈ ਜਿਹੜਾ ਉਹ ਆਪਦੀ ਪੋਜੀਸ਼ਨ ਹੈ ਜਿਹੜੀ ਆਪਦੇ এনवायरमेंट ਦੇ ਅਕੋਰਡਿੰਗਲੀ ਨਹੀਂ ਚੇਂਜ ਕਰ ਰਿਹਾ ਤਾਂ ਆਪਾਂ ਕੀ ਕਹਾਂਗੇ? ਵੀ ਆਬਜੈਕਟ ਕਿੱਥੇ? ਵਿਰਾਮ ਅਵਸਥਾ ਵਿੱਚ। ਪੰਜਾਬੀ ਦੇ ਵਿੱਚ ਤੁਸੀਂ ਪੜ੍ਹਿਆ ਹੋਣਾ, ਕਿਹੜੀ ਅਵਸਥਾ ਦੇ ਵਿੱਚ? ਵਿਰਾਮ, ਰੁਕਿਆ ਹੋਇਆ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ?
if a body is not changing its position with respect to, ਇਹਨੂੰ ਐ ਲਿਖਦੇ ਆ with respect to W ਪਾ ਕੇ R ਪਾ ਕੇ T ਪਾ ਕੇ, with respect to its surroundings, ਠੀਕ ਹੈ ਜੀ, then body is said to be at rest. Body is said to be in rest. ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਮੋਸ਼ਨ ਦਾ ਮਤਲਬ ਕੀ ਸੀ? ਜਦੋਂ ਬਾਡੀ ਆਪਦੀ ਪੋਜੀਸ਼ਨ ਨੂੰ ਕੀ ਕਰ ਰਹੀ ਸੀ? ਚੇਂਜ ਕਰ ਰਹੀ ਸੀ। ਬਾਡੀ ਕੀ ਕਰ ਰਹੀ ਸੀ? ਆਪਦੀ ਪੋਜੀਸ਼ਨ ਨੂੰ ਕੀ ਕਰ ਰਹੀ ਸੀ? ਚੇਂਜ। ਕਿਹਦੇ ਮੁਕਾਬਲੇ? ਆਪਦੀ ਸਰਾਊਂਡਿੰਗਸ ਦੇ ਮੁਕਾਬਲੇ, ਆਪਦੇ ਆਲੇ ਦੁਆਲੇ ਦੇ ਮੁਕਾਬਲੇ। ਜੇ ਮੰਨ ਲਓ ਬੁੱਕ ਹੈ, ਅ ਬੁੱਕ ਇਜ਼ ਲਾਈਂਗ ਔਨ ਅ ਟੇਬਲ, ਕੋਈ ਬੁੱਕ ਹੈ ਜਿਹੜੀ ਉਹ ਟੇਬਲ ਦੇ ਉੱਪਰ ਆਪਣੇ ਕੋਲ ਪਈ ਹੈ, ਤੇ ਕੀ ਕਵਾਂਗੇ ਕਿੱਥੇ ਹੈ ਇਹ? ਰੈਸਟ ਤੇ। ਤੁਸੀਂ ਇੱਕ ਬਾਲ ਨੂੰ ਕੀ ਕੀਤਾ? ਫਰਸ਼ ਦੇ ਉੱਤੇ ਮੂਵ ਕਰਤਾ, ਸੁੱਟਤਾ, ਤਾਂ ਆਪਾਂ ਕੀ ਕਵਾਂਗੇ? ਬਾਲ ਕੀ ਹੈ? ਮੋਸ਼ਨ ਚ। ਸਮਝ ਲੱਗੀ ਕਿ ਨਹੀਂ ਲੱਗੀ ਬੇਟੇ? ਠੀਕ ਹੈ। ਹੁਣ ਦੇਖੋ ਬੇਟੇ, ਜਿਹੜੇ ਰੈਸਟ ਔਰ ਮੋਸ਼ਨ ਆ, ਇੰਪੋਰਟੈਂਟ ਪੁਆਇੰਟ ਹੈ, ਇਹਨੂੰ ਧਿਆਨ ਨਾਲ ਦੇਖੋ। ਜਿਹੜਾ ਰੈਸਟ ਔਰ ਮੋਸ਼ਨ ਹੈ ਨਾ, ਜਿਹੜਾ ਇਹ ਐਬਸਲੂਟ ਨਹੀਂ ਹੈਗਾ। ਰੈਸਟ ਔਰ ਮੋਸ਼ਨ is not absolute in nature, not absolute in nature। ਮਤਲਬ ਐਬਸਲੂਟ ਦਾ ਮਤਲਬ ਹੁੰਦਾ ਹੈ ਵੀ ਜਿਹੜੀ ਚੀਜ਼ ਹੋਵੇ ਉਹ ਹਮੇਸ਼ਾ ਉਹ ਹੀ ਰਵੇ। ਕਹਿਣ ਦਾ ਮਤਲਬ, ਰੈਸਟ ਦਾ ਮਤਲਬ ਜੇ ਆਪਾਂ ਮੰਨ ਕੇ ਚੱਲੀਏ ਵੀ ਰੈਸਟ ਦਾ ਮਤਲਬ ਕੀ ਹੈ? ਹਮੇਸ਼ਾ ਰੈਸਟ। ਠੀਕ ਹੈ ਜੀ। ਮੋਸ਼ਨ ਦਾ ਮਤਲਬ ਜੇ ਆਪਾਂ ਕਹੀਏ ਆਲਵੇਜ਼ ਮੋਸ਼ਨ। ਜੇਕਰ ਆਹ ਵਾਲੀ ਸਿਚੁਏਸ਼ਨ ਆ ਜਾਂਦੀ ਹੈ ਤਾਂ ਆਪਾਂ ਕਹਾਂਗੇ ਵੀ ਮੋਸ਼ਨ ਕਿਸ ਤਰ੍ਹਾਂ ਦਾ? ਐਬਸਲੂਟ। ਐਬਸਲੂਟ ਦਾ ਮਤਲਬ ਪਤਾ ਲੱਗਿਆ ਕਿ ਨਹੀਂ ਲੱਗਿਆ? ਹਮੇਸ਼ਾ ਹੀ। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਬਟ ਆਪਾਂ ਕੀ ਕਹਿ ਰਹੇ ਹਾਂ ਵੀ ਰੈਸਟ ਤੇ ਮੋਸ਼ਨ ਐਬਸਲੂਟ ਨਹੀਂ ਹੈਗਾ। ਮਤਲਬ ਇਹ ਕੀ ਹੈ? ਰਿਲੇਟਿਵ ਇਨ ਨੇਚਰ। ਰਿਲੇਟਿਵ ਇਨ ਨੇਚਰ। ਠੀਕ ਹੈ ਜੀ। ਇਹਦੀ ਐਗਜ਼ਾਮਪਲ ਸਮਝੋ। ਲੈਟ ਅਸ ਟੇਕ, ਆਪਣੇ ਕੋਲੇ ਕੀ ਹੈ? ਆ ਬੱਸ ਇਜ਼ ਮੂਵਿੰਗ, ਕੋਈ ਬੱਸ ਹੈ ਉਹ ਮੂਵ ਕਰ ਰਹੀ ਹੈ, ਉਹਦੇ ਵਿੱਚ ਦੋ ਪੈਸੇਂਜਰ ਬੈਠੇ, ਇੱਕ ਏ ਇੱਕ ਬੀ। ਠੀਕ ਹੈ ਜੀ। ਬੱਸ ਕੀ ਕਰ ਰਹੀ ਹੈ? ਮੂਵ ਕਰ ਰਹੀ ਹੈ। ਕਲੀਅਰ ਹੋਇਆ ਕਿ ਨਹੀਂ ਹੋਇਆ? ਜਿਹੜੇ ਬਾਹਰ ਦਰਖਤ ਲੱਗੇ ਹੋਏ ਹੈ, ਜੇਕਰ ਅਸੀਂ ਉਹਨਾਂ ਦੇ ਮੁਕਾਬਲੇ ਦੇਖੀਏ ਜਾਂ ਗਰਾਊਂਡ ਦੇ ਮੁਕਾਬਲੇ ਵੇਖੀਏ, ਧਰਤੀ ਦੇ ਮੁਕਾਬਲੇ ਵੇਖੀਏ, ਤਾਂ ਪੈਸੇਂਜਰ ਕੀ ਕਰ ਰਹੇ? ਏ ਤੇ ਬੀ ਕੀ ਕਰ ਰਹੇ? ਮੂਵ ਕਰ ਰਹੇ। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਏ ਤੇ ਬੀ ਕੀ ਕਰ ਰਹੇ ਆ ਬੇਟੇ? ਕਿਉਂ ਮੂਵ ਕਰ ਰਹੇ? ਕਿਉਂਕਿ ਬੱਸ 'ਚ ਬੈਠੇ ਹੈ ਤੇ ਬੱਸ ਚੱਲ ਰਹੀ ਹੈ। ਜਿਵੇਂ ਆਪਾਂ ਮੰਨ ਲਓ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਜਾਣਾ ਹੋਵੇ, ਆਪਾਂ ਬੱਸ ਦੇ ਵਿੱਚ ਬੈਠ ਜਾਈਏ ਤਾਂ ਆਪਾਂ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਚਲੇ ਜਾਂਦੇ ਆ ਨਾ। ਇਹਦਾ ਮਤਲਬ ਬੱਸ ਕੀ ਕਰ ਰਹੀ ਸੀਗੀ? ਗਤੀ ਕਰ ਰਹੀ ਸੀ, ਮੋਸ਼ਨ 'ਚ ਸੀ। ਪਰ ਏ ਤੇ ਬੀ ਵੇਖੋ ਇੱਕ ਦੂਜੇ ਦੇ ਮੁਕਾਬਲੇ, ਭਾਵੇਂ ਬੱਸ ਮੂਵ ਕਰ ਰਹੀ ਹੈ ਪਰ ਏ ਤੇ ਬੀ ਤੇ ਇੱਕ ਦੂਜੇ ਦੇ ਸਾਹਮਣੇ ਹੀ ਬੈਠੇ ਹੋਏ ਆ ਨਾ। ਇਹਦਾ ਮਤਲਬ ਕੀ ਹੈ? ਨਾਟ ਚੇਂਜਿੰਗ देयर ਪੋਜੀਸ਼ਨ। ਦੱਸੋ ਬੇਟੇ। ਇਹਦਾ ਮਤਲਬ ਕੀ ਹੈ? ਏ ਤੇ ਬੀ ਇੱਕ ਦੂਸਰੇ ਦੇ ਮੁਕਾਬਲੇ ਕਿੱਥੇ ਹੈ?
ਰੈਸਟ 'ਚ। ਐਂ ਹੁੰਦਾ ਨਾ ਬੇਟੇ, ਜਿਹੜਾ ਆਪਣੀ ਸਵਾਰੀ ਸਾਹਮਣੇ ਬੈਠੀ ਹੁੰਦੀ ਹੈ, ਉਹ ਆਪਣੇ ਸਾਹਮਣੇ ਹੀ ਬੈਠੀ ਰਹਿੰਦੀ, ਭਾਵੇਂ ਬੱਸ ਮੂਵ ਕਰ ਰਹੀ ਹੁੰਦੀ ਹੈ। ਇਹ ਤਾਂ ਨਹੀਂ ਹੁੰਦੀ ਵੀ ਨਾਲ ਵਾਲੀ ਸਵਾਰੀ ਅੱਗੇ ਚਲੀ ਜਾਂਦੀ ਆ, ਅਸੀਂ ਪਿੱਛੇ ਰਹਿ ਜਾਂਦੇ ਹਾਂ ਬੱਸ ਦੇ ਵਿੱਚ। ਸਮਝ ਲੱਗੀ ਕਿ ਨਹੀਂ ਲੱਗੀ ਬੇਟੇ? ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਬੇਟੇ? ਇਹਦਾ ਮਤਲਬ ਕੀ ਹੈ ਵੀ ਜਿਹੜੇ ਏ ਤੇ ਬੀ ਹੈ, ਉਹ ਇੱਕ ਦੂਸਰੇ ਦੇ ਮੁਕਾਬਲੇ ਤਾਂ ਰੈਸਟ ਦੇ ਵਿੱਚ ਹੈ, ਪਰ ਬਾਹਰ ਵਾਲੇ ਗਰਾਊਂਡ ਦੇ ਮੁਕਾਬਲੇ ਜੇ ਅਸੀਂ ਉਹਨੂੰ ਵੇਖਦੇ ਹਾਂ, ਤਾਂ ਉਹਦੇ ਮੁਕਾਬਲੇ ਕੀ ਹੈ, ਇਟ ਇਜ਼ ਇਨ ਮੋਸ਼ਨ। ਇਹਦਾ ਮਤਲਬ ਇੱਕੋ ਸਮੇਂ ਏ ਤੇ ਬੀ ਹੈ ਜਿਹੜੇ ਉਹ ਮੋਸ਼ਨ ਦੇ ਵਿੱਚ ਵੀ ਹੈਗੇ ਆ। ਇੱਕੋ ਸਮੇਂ ਏ ਤੇ ਬੀ ਕੀ ਹੈ, ਰੈਸਟ 'ਚ ਵੀ ਹੈਗੇ। ਇਹ ਚੀਜ਼ ਕਿਵੇਂ ਪੋਸੀਬਲ ਹੋਈ? ਡਿਊ ਟੂ ਦੀ ਰਿਲੇਟਿਵ ਮੋਸ਼ਨ। ਇਹਦੇ ਕਰਕੇ ਰਿਲੇਟਿਵ ਮੋਸ਼ਨ। ਕਿਉਂਕਿ ਜਦੋਂ ਅਸੀਂ ਕਿਹਾ ਵੀ ਇਹ ਮੋਸ਼ਨ ਦੇ ਵਿੱਚ ਹੈ, ਤਾਂ ਅਸੀਂ ਕਿਹਨੂੰ ਕੰਸੀਡਰ ਕੀਤਾ? ਗਰਾਊਂਡ ਨੂੰ। ਅਸੀਂ ਰੈਫਰੈਂਸ ਕਿਹਨੂੰ ਲਿਆ? ਗਰਾਊਂਡ ਨੂੰ। ਤੇ ਜਦੋਂ ਆਪਣੇ ਕੋਲ ਬਾਡੀ ਰੈਸਟ ਦੇ ਵਿੱਚ ਸੀ, ਤਾਂ ਉਦੋਂ ਅਸੀਂ ਰੈਫਰੈਂਸ ਕਿਹਨੂੰ ਲਿਆ? ਹਾਂਜੀ, ਹਾਂਜੀ।